ਸਿੰਘ ਜੀ ਇਹ ਗੁਰਮਤਿ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਮੈਂ ਬੇਨਤੀ ਕਰਾਂ ਭਾਈ ਗੁਰਮੀਤ ਸਿੰਘ ਜੀ ਸਿੰਘ ਸਾਹਿਬ ਇਹ 20 ਮਿੰਟਾਂ ਵਾਸਤੇ ਇੱਥੇ ਆਪਣੇ ਵਿਚਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਹਰ ਪ੍ਰਭ ਸੁਆਮੀ ਕਿਰਪਾ ਧਾਰਹੁ, हम हर हर सेवा लागी। नानक दासन दास करहो प्रभ, हम हर कथा कथागी। नानक दासन दास करहो प्रभ, हम हर कथा कथागी। परम सन्मान योग ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਤਖਤ ਸਾਹਿਬ ਜੀ ਦੇ ਅਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਇਕੱਤਰ ਹੋ ਕੇ ਸਾਹਿਬੇ ਕਮਾਲ ਸਰਬੰਸ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੇ ਖੁਸ਼ੀ ਵਿੱਚ ਅੱਜ ਆਪਾਂ ਸਾਰੇ ਹੀ ਗੁਰਦੁਆਰਾ ਬੋਰਡ ਦੇ ਉਦਮ ਸਦਕਾ ਅਤੇ ਗੁਰਮੁਖ ਪਰਿਵਾਰ ਨੇ ਜੋ ਸੇਵਾ ਲਈ ਹੈ, ਸੰਗਤਾਂ ਨੂੰ ਜੋੜਨ ਦਾ ਲੂਥਰਾ ਪਰਿਵਾਰ ਵੱਲੋਂ ਬਹੁਤ ਵਧੀਆ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਅੱਜ ਉਸ ਅਵਤਾਰੀ ਪੁਰਸ਼, ਉਸ ਰੱਬ ਦੀ ਜੋਤ, ਉਸ ਅਕਾਲ ਪੁਰਖ ਦੇ ਪੈਗੰਬਰ ਜਿਨੇ ਵੀ ਸ਼ਬਦ ਵਰਤੀਏ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਉਹ ਥੋੜੇ ਹਨ। ਐਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਕੱਲ ਅੰਮ੍ਰਿਤ ਵੇਲੇ ਤੋਂ ਹੀ ਬੜੇ ਸ਼ਰਧਾ ਦੇ ਸਹਿਤ ਤੇ ਹੁਣ ਤੋਂ ਹੀ ਸਾਧ ਸੰਗਤ ਜੀ ਕੀਰਤਨ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ ਮਨਾਉਣ ਦੇ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਹਾਂ। ਦਾਸ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੇਗਾ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਕੁਝ ਸਮਾਂ ਆਪ ਜੀ ਦੇ ਨਾਲ ਵਿਚਾਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਰੱਖਣ ਦਾ ਯਤਨ ਕਰੇਗਾ। ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਸੰਸਾਰ ਦੇ ਅੰਦਰ ਜਿਹੜਾ ਵੀ ਇਨਸਾਨ ਹੈ ਉਹ ਤਿੰਨ ਗੱਲਾਂ ਕਰਕੇ ਜਾਣਿਆ ਜਾਂਦਾ। ਜਿਵੇਂ ਕਿ ਤਿੰਨ ਪੀੜ੍ਹੀਆਂ ਦੇ ਵਿੱਚੋਂ ਇੱਕ ਪੀੜ੍ਹੀ ਜੇ ਕੋਈ ਚੰਗਾ ਕੰਮ ਕਰ ਜਾਵੇ, ਜੇ ਪਿਤਾ ਨੇ ਚੰਗਾ ਕੰਮ ਕੀਤਾ ਤੇ ਉਹਦੇ ਪੁੱਤਰਾਂ ਨੂੰ ਵੇਖ ਕੇ ਲੋਕ ਆਖਦੇ ਨੇ ਇਹਦਾ ਜਿਹੜਾ ਪਿਤਾ ਸੀ ਬਹੁਤ ਗੁਣੀ ਸੀ। ਜੇ ਪੁੱਤਰ ਚੰਗੇ ਕੰਮ ਕਰ ਜਾਣ, ਪਿਤਾ ਹੋਵੇ ਬੁਰਾ, ਸ਼ਰਾਬੀ ਜਾਂ ਫਿਰ ਹੋਰ ਕੋਈ ਐਬ ਹੋਣ, ਪੁੱਤਰਾਂ ਦੇ ਵੱਲ ਜਾਂ ਪਿਤਾ ਨੇ ਮਾੜੇ ਕੰਮ ਕੀਤੇ, ਪੁੱਤਰਾਂ ਨੇ ਨੇਕ ਕੰਮ ਕੀਤੇ, ਪਿਤਾ ਨੂੰ ਦੇਖ ਕੇ ਲੋਕ ਆਖਦੇ ਚਾਹੇ ਪਿਤਾ ਕੈਸਾ ਵੀ ਹੈ ਪਰ ਪੁੱਤਰ ਜਿਹੜੇ ਨੇ ਉਹ ਸਿਆਣੇ ਹਨ, ਚੰਗੇ ਹਨ, ਗੁਣੀ ਹਨ। ਜੇ ਦੋਵਾਂ ਵਿੱਚੋਂ ਦਾਦੇ ਨੇ ਕੋਈ ਨੇਕ ਕੰਮ ਕੀਤਾ ਹੋਵੇ ਤਾਂ ਦੋਵਾਂ ਨੂੰ ਵੇਖ ਕੇ ਆਖਿਆ ਜਾਂਦਾ ਇਹਦਾ ਪਿਤਾ ਜਾਂ ਇਹਨਾਂ ਦੇ ਦਾਦੇ ਬਹੁਤ ਚੰਗੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ, ਮੇਰੇ ਕਲਗੀਧਰ ਪਾਤਸ਼ਾਹ ਆਪ ਵੀ ਮਹਾਨ, ਆਪ ਜੀ ਦੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਮਹਾਨ, ਆਪ ਜੀ ਦੇ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਮਹਾਨ, ਆਪ ਜੀ ਦੇ ਪੜਦਾਦੇ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਮਹਾਨ, ਆਪ ਜੀ ਦੇ ਚਾਰੇ ਸਾਹਿਬਜ਼ਾਦੇ, ਆਪ ਜੀ ਦੇ ਪੁੱਤਰ ਵੀ ਮਹਾਨ, ਆਪ ਜੀ ਦੇ ਸਤਿਕਾਰਯੋਗ ਮਹਿਲ ਉਹ ਵੀ ਮਹਾਨ, ਆਪ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਉਹ ਵੀ ਮਹਾਨ। ਐਸੇ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਹੈ, ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਕਿਸੇ ਵੀ ਪੀਰ ਪੈਗੰਬਰ ਕਿਸੇ ਦੇ ਵੀ ਹਿੱਸੇ ਵਿੱਚ ਐਸਾ ਇਤਿਹਾਸ ਸਿਰਜਣ ਦਾ ਉਪਰਾਲਾ ਮੌਕਾ ਕਿਸੇ ਹੋਰ ਅਵਤਾਰੀ ਪੁਰਸ਼ ਨੂੰ ਨਹੀਂ ਮਿਲਿਆ। ਮਹਾਰਾਜ ਪਹਿਲੇ ਐਸੇ ਰਹਿਬਰ ਹੋਏ ਨੇ, ਐਸੇ ਅਵਤਾਰੀ ਪੁਰਸ਼ ਹੋਏ ਨੇ, ਐਸੇ ਗੁਰੂ ਹੋਏ ਨੇ ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ ਆਪਣੇ ਜੀਵਨ ਦੀ ਇਤਿਹਾਸ ਖੁਦ ਲਿਖੀ। ਭਾਵੇਂ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਸਵਾਲ ਵੀ ਕੀਤਾ ਸੀ, ਬੇਨਤੀ ਵੀ ਕੀਤੀ ਸੀ, ਪਾਤਸ਼ਾਹ ਪਿਛਲੇ ਸਮੇਂ ਵਿੱਚ ਜਿਹੜੇ ਅਵਤਾਰੀ ਪੁਰਸ਼ ਹੋ ਚੁੱਕੇ ਨੇ, ਚਾਹੇ ਉਹ ਭਗਵਾਨ ਕ੍ਰਿਸ਼ਨ ਜੀ ਨੇ, ਚਾਹੇ ਉਹ ਰਾਮਚੰਦਰ ਜੀ ਹਨ, ਚਾਹ ਹੋਰ ਜਿੰਨੇ ਅਵਤਾਰ ਹੋਏ ਨੇ, ਮਹਾਰਾਜ ਉਹਨਾਂ ਦੇ ਜੀਵਨ ਦੀਆਂ ਕਥਾਵਾਂ, ਉਹਨਾਂ ਦੀਆਂ ਗਾਥਾਂ, ਉਹਨਾਂ ਦੇ ਜਿਹੜੇ ਸੱਚੇ ਪਾਤਸ਼ਾਹ ਸਿੱਖ ਸਨ, ਉਹਨਾਂ ਦੇ ਜਿਹੜੇ ਪੈਰੋਕਾਰ ਸਨ, ਉਹਨਾਂ ਨੇ ਲਿਖ ਦਿੱਤੇ ਸਨ। ਆਪ ਜੀ ਨੇ ਕੀ ਲੋੜ ਮਹਿਸੂਸ ਕੀਤੀ
ਜੋ ਆਪ ਜੀ ਸੱਚੇ ਪਾਤਸ਼ਾਹ ਆਪਣੇ ਜੀਵਨ ਦੀ ਕਥਾ ਲਿਖ ਰਹੇ ਹੋ, ਉਸ ਵੇਲੇ ਪਾਤਸ਼ਾਹ ਦਾ ਜਿਹੜਾ ਜਵਾਬ ਸੀ ਨਾ ਸਾਧ ਸੰਗਤ ਜੀ, ਉਹ ਜਵਾਬ ਤੋਂ ਹੀ ਮਹਾਰਾਜ ਜੀ ਦੀ ਸਾਰੀ ਜਿਹੜੀ ਜੀਵਨੀ ਹੈ, ਮਹਾਰਾਜ ਜੀ ਦਾ ਸਾਰਾ ਜਿਹੜਾ ਸੁਭਾਵ ਹੈ, ਮਹਾਰਾਜ ਜੀ ਦੀ ਜਿਹੜੀ ਸ਼ਖਸੀਅਤ ਹੈ, ਉਹ ਸਾਡੇ ਅੱਗੇ ਖੁੱਲ੍ਹ ਕੇ ਪ੍ਰਗਟ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਗੁਰਸਿੱਖਾਂ ਨੂੰ ਕਿਹਾ ਕਿ ਭਾਈ ਸਿੱਖੋ, ਪਿਛਲੇ ਸਮੇਂ ਵਿੱਚ ਜਿਹੜੇ ਅਵਤਾਰੀ ਪੁਰਸ਼ ਹੋਏ ਨੇ, ਉਹਨਾਂ ਦੀ ਕਥਾ ਜਦੋਂ ਲਿਖੀ ਗਈ, ਲਿਖਣ ਵਾਲੇ ਚਾਹੇ ਵੇਦ ਵਿਆਸ ਸਨ, ਚਾਹੇ ਵਾਲਮੀਕ ਸੀ, ਚਾਹੇ ਉਹ ਤੁਲਸੀ ਵਰਗੇ ਵਿਦਵਾਨ ਸਨ, ਉਹ ਜਦੋਂ ਭਾਵਨਾ ਦੇ ਵੇਗ ਵਿੱਚ ਆਏ ਤਾਂ ਉਹਨਾਂ ਨੇ ਲਿਖ ਦਿੱਤਾ ਕਿ ਇਹੀ ਈਸ਼ਵਰ ਹੈ, ਇਹੀ ਰੱਬ ਹੈ, ਇਹਨਾਂ ਤੋਂ ਅੱਗੇ ਹੋਰ ਕੋਈ ਈਸ਼ਵਰ ਨਹੀਂ, ਹੋਰ ਕੋਈ ਪਰਮੇਸ਼ਰ ਨਹੀਂ। ਮੈਂ ਇਹ ਨਹੀਂ ਚਾਹੁੰਦਾ ਕਿ ਮੇਰੀ ਵੀ ਕਥਾ ਕੋਈ ਲਿਖੇ ਤੇ ਲਿਖਣ ਤੋਂ ਬਾਅਦ ਇਹ ਆਖ ਦੇਵੇ ਕਿ ਗੁਰੂ ਗੋਬਿੰਦ ਸਿੰਘ ਜੀ ਹੀ ਸਭ ਤੋਂ ਅੱਗੇ, ਉਸ ਦੇ ਅੱਗੇ ਕੋਈ ਵੀ ਨਹੀਂ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਨੇ ਇਥੋਂ ਤੱਕ ਬਚਨ ਕਹੇ ਹਨ, ਜੋ ਹਮਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਡ ਮਹਿ ਪਰ ਹੈ। ਸੰਪਰਦਾਵਾਂ ਦੇ ਵਿੱਚ ਇਸ ਪੰਕਤੀ ਦੇ ਜਦੋਂ ਅਰਥ ਕਰਾਏ ਜਾਂਦੇ, ਸਾਧ ਸੰਗਤ ਜੀ, ਇਹ ਜਿਹੜਾ 6ਵਾਂ ਅਧਿਆਇ ਹੈ ਬਚਿੱਤਰ ਨਾਟਕ ਦਾ 10ਮ ਗ੍ਰੰਥ ਸਾਹਿਬ ਜੀ ਵਿੱਚ, शुरुआत अब मैं अपनी कथा बखानो, तब सादत जह बिद मोहयानो, हेमकुंड पर्वत है जहाँ, सपद श्रृंग शोभित है तहाँ। शुरुआत इथों गुरु कलगीधर पातशाह जी ने कीती है ते अगे बचन कीता फिर अकाल पुरख बाच, अकाल पुरख वालों जेड़े बचन ने इस कीड़े प्रति ऐसे निम्रता वाले बचन महाराज जी ने लिखे। मैं कीड़े प्रति अकाल पुरख दे बचन ने, ते उस वेले अकाल पुरख ने जो जो बचन कहे, हेमकुंड साहब जी के अस्थान तो सचखंड विच आप जी नूं बुला के वो सारे महाराज ने अपनी कलम तो लिखे। ते उस वेले महाराज ने आख्या कि अकाल पुरख ने संसार की मूलों जिहड़ी विगड़ी हुई हालत सी, दशा सी, वो दशा का जिक्र किया कि संसार दे अंदर जिस किसी नूं भी भेजिया, उन्हां सारियां ने अपना ही पंथ चलाया। परमेश्वर जो परमेश्वर वाहिगुरू है, उस नूं ध्याउण दे वास्ते भेजिया गया सी, पर परमेश्वर नूं ध्याउण दे बगैर, परमेश्वर नूं जपण दे बजाए वो सारे अपनी पूजा दे विच लग गए, अपने आप नूं परमेश्वर कहाउण लगे। इस करके उस वेले अकाल पुरख परमेश्वर ने कहा कि मैं अपना सुत तोहे निवाजा, पंथ प्रचुर करबे कहो साजा, जाहे तहां तै धर्म चलाए, कबुद्ध करन ते लोक हटाए। महाराज कहंदे है खालसा जी, साडा ते चित नहीं सी करदा कि इस मात लोक दे धरती ते आईए, क्योंकि महाराज कहंदे चित ना भयो हमरो आवन कह, चुभी रही स्रोत प्रभ चरणन मह। ਉਹ ਜਿਹੜੀ ਆਨੰਦ ਦੀ ਇੱਕ ਰਸ ਅਵਸਥਾ ਦੇ ਵਿੱਚ ਸਾਡਾ ਮਨ ਭਿੱਜਿਆ ਹੋਇਆ ਸੀ, ਉਸ ਅਵਸਥਾ ਨੂੰ, ਉਸ ਰਸ ਨੂੰ, ਉਸ ਆਨੰਦ ਨੂੰ ਛੱਡ ਕੇ ਆਉਣ ਨੂੰ ਸਾਡਾ ਚਿੱਤ ਨਹੀਂ ਸੀ ਕਰਦਾ। ਪਰ ਜਿਵੇਂ ਕਿਵੇਂ ਪਰਮਾਤਮਾ ਨੇ, ਅਕਾਲ ਪੁਰਖ ਨੇ ਸਾਨੂੰ ਸਮਝਾਇਆ, ਸੰਸਾਰ ਦੀ ਹਾਲਤ ਦੱਸੀ ਤੇ ਇਸ ਧਰਤੀ ਤੇ ਭੇਜਿਆ। ਇਸ ਕਰਕੇ ਇਹ ਖਾਲਸਾ ਜੀ, ਅਸੀਂ ਇਹ ਧਰਤੀ ਤੇ ਆਏ ਹਾਂ। ਮਹਾਰਾਜ ਦਾ ਬਚਨ ਹੈ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੇਹੋ साधु सब मन मंग, धर्म चलावन संत उबारन, दुष्ट सबन को मूल उपारन दे वास्ते गुरु कलगीधर सच्चे पातशाह इस मात लोक दी धरती ते आए ने। ते साध संगत जी, संसार दे विच आके गुरु कलगीधर पातशाह ने इकल्ले सिख दे उपर, खालसे दे उपर उपकार नहीं कीता, समुचे संसार दे उपर महाराज जी दी कृपा है। कवि राज कवि भाई संतोख सिंह जी का एक बचन है। भाई साहब जी आखते ने, संसार दे अंदर इस हिंदुस्तान दे धरती दे उपर जिन्ने भी तन, जिन्ने भी शरीर विचर रहे ने, चाहे वो हिंदू है, चाहे सिख है, चाहे मुसलमान है, किसी भी जाति का है, कवि जी आखते ने इन्हां सारियां दे उपर गुरु गोबिंद सिंह महाराज जी की बहुत कृपा है, उपकार है कलगीधर पातशाह जी का। जो जग में तन हिंद है, इस हिंदुस्तान की धरती के उपर जिन्ने भी तन ने, शरीर ने, जो जग में तन हिंद है, सब पै उपकार विशाल करियो। सब दे उपर पातशाह ने बेअंत कृपा की, उपकार किया। ते अगे भाई साहब जी आखते ने, मन है जो ना, इस गल नूं जेड़े मनदे नहीं, महसूस नहीं करते कि गुरु पातशाह जी की साडे उपर बड़ी कृपा है। जे किसी दे गल विच जनेऊ है तो वो गुरु महाराज जी की कृपा करके,
ਜੇ ਕਿਸੇ ਦੇ ਉੱਪਰ ਸਾਧ ਸੰਗਤ ਜੀ ਸਿਰ ਤੇ ਦਸਤਾਰ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਕਰਕੇ। ਜੇ ਅੱਜ ਕੋਈ ਰਾਜ ਮਾਣ ਰਿਹਾ ਹੈ, ਸੁਖ ਮਾਣ ਰਿਹਾ ਹੈ, ਬਾਦਸ਼ਾਹੀ ਮਾਣ ਰਿਹਾ ਹੈ, ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਦੇਣ ਹੈ। ਮਹਾਰਾਜ ਕਹਿੰਦੇ, ਕਵੀ ਜੀ ਆਖਦੇ ਨੇ, ਮਨ ਹੈ ਜੇ ਨਾ, ਜਿਹੜੇ ਮੰਨਦੇ ਨਹੀਂ, ਅਘੀ ਨਾ ਹੈ ਕੋਸਮ, ਉਹਦੇ ਵਰਗਾ ਪਾਪੀ ਕੋਈ ਨਹੀਂ ਸੰਸਾਰ ਵਿੱਚ। ਜਾਏ ਨਿਰੈਪਤ ਬੀਜ ਪਰਿਓ, ਕਹਿੰਦੇ ਉਹ ਨਰਕਾਂ ਨੂੰ ਜਾਣਗੇ। ਵੀਰ ਬਲੀ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵਰਗਾ ਵੀਰ, ਉਹਨਾਂ ਦੇ ਵਰਗਾ ਬਲੀ ਸੰਸਾਰ ਦੇ ਅੰਦਰ ਹੋਰ ਕੋਈ ਨਹੀਂ ਹੈ। ਵੀਰ ਬਲੀ ਗੁਰੂ ਗੋਬਿੰਦ ਸਿੰਘ, ਮਹਾਂ ਤੁਰਕਾਨ ਕੋ ਤੇਜ ਹਰਿਓ, ਜਿਨ੍ਹਾਂ ਨੇ ਵੱਡੇ ਵੱਡੇ ਤੁਰਕਾਂ ਦਾ ਜਿਹੜਾ ਤੇਜ ਸੀ ਨਾ ਸਾਧ ਸੰਗਤ ਜੀ, ਚਕਨਾਚੂਰ ਕਰ ਦਿੱਤਾ। ਜਿਸ ਵੇਲੇ ਆਨੰਦਪੁਰ ਸਾਹਿਬ ਜੀ ਦੇ ਇੱਕ ਪਹਾੜੀ ਤੋਂ ਆਪ ਜੀ ਨੇ ਪਹਾੜੀ ਰਾਜਿਆਂ ਦੀ ਬੈਠੀ ਸਭਾ ਦੇ ਵਿੱਚ ਤੀਰ ਚਲਾਇਆ ਤੇ ਜਾ ਕੇ ਉਹਨਾਂ ਦੀ ਪੀੜੀ ਦੇ ਪੈਰ ਨੂੰ ਜਾ ਕੇ ਲੱਗਾ ਨਾ, ਤੇ ਜਿਹੜੇ ਸ਼ਾਹੀ ਸੂਬੇਦਾਰ ਸਨ ਨਾ, ਕੰਨਾਂ ਨੂੰ ਹੱਥ ਲਾ ਕੇ ਕਹਿਣ ਲੱਗੇ, ਯਾਹੁਲ ਅੱਲਾ, ਕਰਾਮਾਤ ਕਰਾਮਾਤ ਕਰਾਮਾਤ, 3 ਵਾਰੀ ਸ਼ਬਦ ਕਹੇ। ਤੇ ਉਸ ਵੇਲੇ ਤੋਪਚੀ ਨੂੰ ਹੁਕਮ ਕੀਤਾ, ਤੋਪ ਚਲਾਈ ਜਾਵੇ। ਤੇ ਮਹਾਰਾਜ ਨੇ ਤੋਪਚੀ ਦਾ ਨਿਸ਼ਾਨਾ ਸਾਧਿਆ ਤੇ ਦੂਜੇ ਤੀਰ ਨਾਲ ਉਹਨੂੰ ਮਾਰ ਦਿੱਤਾ। ਤੀਜਾ ਤੀਰ ਫੇਰ ਉਸੇ ਪੀੜੀ ਦੇ ਪਾਸ ਜਾ ਕੇ ਲੱਗਾ। ਉਹਨੂੰ ਇੱਕ ਪਰਚੀ ਸੀ, ਉਹਦੇ ਉੱਪਰ ਲਿਖਿਆ ਹੋਇਆ ਸੀ, ਕਰਾਮਾਤ ਨਹੀਂ, ਕਰਤਬ ਕਰਤਬ ਕਰਤਬ। ਇਹ ਤਾਂ ਸਾਡਾ ਜੰਗੀ ਅਭਿਆਸ ਹੈ। ਜੰਗੀ ਅਭਿਆਸ ਦੇ ਅੱਗੇ ਹੀ ਤੁਸੀਂ ਨਹੀਂ ਟਿਕ ਸਕੇ। ਜੇ ਕਰਾਮਾਤ ਵਿਖਾਉਂਦੇ ਤਾਂ ਸਾਧ ਸੰਗਤ ਜੀ ਕੀ ਨਹੀਂ ਹੋ ਸਕਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ, ਵੀਰ ਬਲੀ ਗੁਰੂ ਗੋਬਿੰਦ ਸਿੰਘ, ਮਹਾਤੁਰਕਾਨ ਕੋ ਤੇਜ ਹਰਿਓ, ਹਿੰਦ ਥਿਰਿਓ, ਹਿੰਦੁਸਤਾਨ ਨੂੰ ਟਿਕਾ ਦਿੱਤਾ। ਜਿਨ੍ਹਾਂ ਦੀ ਪੱਤ ਰੁੜਦੀ ਜਾ ਰਹੀ ਸੀ ਜ਼ਾਲਮਾਂ ਦੇ ਜ਼ੁਲਮ ਦੇ ਹੜ ਵਿੱਚ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਜਾਂਦੀ ਹੋਈ ਪੱਤ ਨੂੰ ਸੱਚੇ ਪਾਤਸ਼ਾਹ ਜੀ ਨੇ ਬਚਾਇਆ। 9 ਸਾਲ ਦੀ ਉਮਰ ਦੇ ਵਿੱਚ ਪਿਤਾ ਸਤਿਗੁਰੂ ਨੂੰ ਕਿਹਾ ਕਿ ਜੇ ਸੱਚੇ ਪਾਤਸ਼ਾਹ ਆਪ ਜੀ ਦੇ ਕਰਕੇ ਕਿਸੇ ਦਾ ਧਰਮ ਬਚ ਸਕਦਾ ਹੈ ਤਾਂ ਮਹਾਰਾਜ ਆਪ ਜੀ ਜ਼ਰੂਰ ਜਾਓ। ਵੀਰ ਬਲੀ ਗੁਰੂ ਗੋਬਿੰਦ ਸਿੰਘ, ਮਹਾਤੁਰਕਾਨ ਕੋ ਤੇਜ ਹਰਿਓ, ਹਿੰਦ ਥਿਰਿਓ, ਬੜ ਜੰਗ ਜਿਰਿਓ, ਵੱਡੇ ਵੱਡੇ ਜੰਗ ਜੋਟੇ ਭਾਓ, ਲੜਾਈ ਕੀਤੀ, ਬਹੁਤ ਜੰਗ ਕੀਤੇ। ਤੇ ਅੱਗੇ ਆਖਦੇ ਨੇ, ਵੀਰ ਬਲੀ ਗੁਰੂ ਗੋਬਿੰਦ ਸਿੰਘ, ਮਹਾਤੁਰਕਾਨ ਕੋ ਤੇਜ ਹਰਿਓ, ਹਿੰਦ ਥਿਰਿਓ, ਬੜ ਜੰਗ ਜੁਰਿਓ, ਭੱਟ ਬ੍ਰਿੰਦ ਮਰਿਓ। ਵੱਡੇ ਵੱਡੇ ਸੂਰਮੇ ਜਿਹੜੇ ਨੇ ਆਪਣੇ ਕੀਮਤੀ ਤੋਂ ਕੀਮਤੀ ਪਿਆਰੇ, ਆਪਣੇ ਲਾਲ ਸਭ ਵਾਰ ਦਿੱਤੇ ਹਿੰਦੁਸਤਾਨ ਨੂੰ ਬਚਾਉਣ ਵਾਸਤੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਕੀ ਕੀਤਾ? ਕਵੀ ਜੀ ਆਖਦੇ ਨੇ, ਰਸ ਵੀਰ ਭਰਿਓ। ਜਿਹੜੇ ਆਖਦੇ ਸਨ ਮਹਾਰਾਜ, ਇਨ ਤੁਰਕਨ ਸੇ ਕੈਸੇ ਲੜ ਪਾਉ, ਤੇ ਮਹਾਰਾਜ ਨੇ ਉਹਨਾਂ ਦੇ ਵਿੱਚ ਵੀ ਵੀਰ ਰਸ ਭਰ ਦਿੱਤਾ। ਵੀਰ ਰਸੀ ਬਾਣੀ ਬਖਸ਼ ਕੇ ਤੇ ਬਚਨ ਕੀਤਾ, ਖਾਲਸਾ ਜੀ 1.25 ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਸਾਧ ਸੰਗਤ ਜੀ, ਸ਼ਾਹ ਮੁਹੰਮਦ, ਜਿਸ ਨੂੰ ਮੁਹੰਮਦ ਲਤੀਫ ਦੇ ਨਾਲ ਵੀ ਜਾਣਿਆ ਜਾਂਦਾ, ਬਹੁਤ ਵੱਡਾ ਸ਼ਾਇਰ ਹੋਇਆ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦੀ ਗਾਥਾ ਕਥਾ ਜਿਸ ਵੇਲੇ ਲਿਖਣੀ ਸ਼ੁਰੂ ਕੀਤੀ ਤੇ ਭੂਮਿਕਾ ਦੇ ਵਿੱਚ ਇਸਨੇ ਕਲਮ ਚੁੱਕੀ ਤੇ ਉਸ ਵੇਲੇ ਕਲਮ ਰੱਖ ਦਿੱਤੀ। ਪੁੱਛਿਆ ਗਿਆ ਕਿਉਂ? ਕਹਿੰਦਾ, ਮੈਂ ਲਿਖਣਾ ਤੇ ਚਾਹੁੰਦਾ ਸੀ ਇਤਿਹਾਸ ਸੱਚੀ ਸਰਕਾਰ ਦਾ, ਪਰ ਕਹਿੰਦੇ ਹੁਣ ਨਹੀਂ ਲਿਖ ਸਕਦਾ। ਪੁੱਛਿਆ ਗਿਆ ਕਿਉਂ? ਕਹਿੰਦਾ, ਜਿਸ ਵੇਲੇ ਮੈਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸੋਨੇ ਦੇ ਸਿੰਘਾਸਨ ਤੇ ਬਿਰਾਜਮਾਨ ਵੇਖਦਾ ਹਾਂ, ਇੰਜ ਲੱਗਦਾ ਹੈ ਜਿਵੇਂ ਕੋਈ ਦੁਨਿਆਵੀ ਬਾਦਸ਼ਾਹ ਸਿੰਘਾਸਨ ਤੇ ਬਿਰਾਜਮਾਨ ਨੇ। ਜਿਸ ਵੇਲੇ ਮੈਂ ਉਹਨਾਂ ਦੇ ਗੁਰਸਿੱਖਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਵੇਖਦਾ ਹਾਂ, ਇੰਜ ਲੱਗਦਾ ਹੈ ਪੂਰਨ ਸਤਿਗੁਰੂ ਨੇ। ਜਿਸ ਵੇਲੇ ਹੱਥ ਜੋੜ ਕੇ ਆਪਣੇ ਹੀ ਪਿਆਰਿਆਂ ਨੂੰ ਹੱਥਾਂ ਦੇ ਨਾਲ ਅੰਮ੍ਰਿਤ ਛਕਾਉਂਦੇ ਨੇ, ਉਸ ਵੇਲੇ ਵੱਡੇ ਦਾਤੇ ਦਿਸਦੇ ਨੇ। ਜਿਸ ਵੇਲੇ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਉਸ ਵੇਲੇ ਮੰਗਤੇ ਲੱਗਦੇ ਨੇ। ਜਿਸ ਵੇਲੇ ਕਲਮ ਚੁੱਕਦੇ ਨੇ, ਉਸ ਵੇਲੇ ਵੱਡੇ ਸ਼ਾਇਰ, ਵੱਡੇ ਲਿਖਾਰੀ ਲੱਗਦੇ ਨੇ, ਮਹਾਨ ਕਵੀ ਦਿਸਦੇ ਨੇ। ਤੇ ਜਿਸ ਵੇਲੇ ਉਸੇ ਹੱਥ ਵਿੱਚ ਤਲਵਾਰ ਫੜਦੇ ਨੇ, ਅਤ ਰਥੀ ਸੂਰਮੇ ਦਿਸਦੇ ਨੇ। ਉਸੇ ਹੱਥ ਵਿੱਚ ਜਿਸ ਵਿੱਚ ਤਲਵਾਰ ਫੜੀ ਹੈ, ਮਾਲਾ ਲੈ ਕੇ ਫੇਰਦੇ ਨੇ, ਉਸ ਵੇਲੇ ਬਹੁਤ ਹੀ ਸੰਤ, ਵੱਡੇ ਦਰਵੇਸ਼ ਲੱਗਦੇ ਨੇ। ਇਸ ਕਰਕੇ ਮੈਂ ਕਥਾ ਲਿਖਾਂ ਬਾਦਸ਼ਾਹ ਦੀ, ਪੂਰਨ ਸਤਿਗੁਰੂ ਦੀ, ਜਾਂ ਫਿਰ ਲਿਖਾਰੀ ਦੀ, ਕਵੀ ਦੀ, ਜਾਂ ਫਿਰ ਸੰਤ ਦਰਵੇਸ਼ ਦੀ, ਜਾਂ ਮੰਗਤੇ ਦੀ, ਜਾਂ ਦਾਤੇ ਦੀ। ਇੱਕੋ ਵਿਅਕਤੀ ਦੇ ਵਿੱਚ ਇੰਨੇ ਗੁਣ ਹੋਣੇ ਸਾਧ ਸੰਗਤ ਜੀ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਹੀ ਹੈ। ਉਹ ਸੰਸਾਰ ਦੇ ਹੋਰ ਕਿਸੇ ਪੀਰ ਵਿੱਚ ਜਾਂ ਹੋਰ ਕਿਸੇ ਪੈਗੰਬਰ ਵਿੱਚ ਵੇਖਣ ਨੂੰ ਸਾਨੂੰ ਨਹੀਂ ਮਿਲਦੇ।
ਇੱਕ ਛੋਟੀ ਜੀ ਬੇਨਤੀ ਆਪ ਜੀ ਨਾਲ ਕਰਾਂ। ਇੱਕ ਪੁਸਤਕ ਦੀ ਭੂਮਿਕਾ ਵਿੱਚ ਦਾਸ ਪੜ੍ਹ ਰਿਹਾ ਸੀ। ਸਾਡੇ ਦੇਸ਼ ਦੇ ਹੋ ਚੁੱਕੇ ਰਾਸ਼ਟਰਪਤੀ ਜ਼ਾਕਿਰ ਹੁਸੈਨ, ਕਹਿੰਦੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਵਾਰੀ ਬੇਨਤੀ ਕੀਤੀ ਗਈ ਕਿ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ 2 ਸ਼ਬਦ ਕਹਿਣੇ ਹਨ, ਤੇ ਉਹ ਆਪਣਾ ਜਿਹੜਾ ਵਿਸ਼ਾ ਸੀ ਉਹ ਬਣਾਉਣ ਲੱਗੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਕੁਝ ਜਿਹੜੀਆਂ ਗੱਲਾਂ ਉਹਨਾਂ ਨੇ ਇੱਕ ਕਾਗਜ਼ ਤੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ। ਰਾਸ਼ਟਰਪਤੀ ਭਵਨ ਦੇ ਵਿੱਚ ਉਹ ਬਿਰਾਜੇ ਹਨ, ਬੈਠੇ ਨੇ, ਤੇ ਅਚਾਨਕ ਜਿਸ ਕਾਗਜ਼ ਦੇ ਉੱਪਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਵਿੱਚੋਂ ਕੁਝ ਝਲਕੀਆਂ ਲਿਖਦੇ ਨੇ, ਤੇ ਅਚਾਨਕ ਉਸ ਕਾਗਜ਼ ਦੇ ਉੱਪਰ ਪਾਣੀ ਦੀਆਂ ਕੁਝ ਬੂੰਦਾਂ ਉਹਨਾਂ ਨੂੰ ਨਜ਼ਰ ਆਈਆਂ। ਰਾਸ਼ਟਰਪਤੀ ਭਵਨ ਦੇ ਛੱਤ ਦੇ ਵੱਲ ਵੇਖਿਆ, ਉੱਪਰ ਕਿਤੇ ਇਮਾਰਤ ਦੀ ਛੱਤ ਤੇ ਚੋ ਨਹੀਂ ਰਹੀ। ਅੱਗੇ ਪਿੱਛੇ ਵੇਖਿਆ ਤੇ ਫਿਰ ਆਪਣਾ ਚਸ਼ਮਾ, ਆਪਣਾ ਜਿਹੜਾ ਐਨਕ ਸੀ ਕੱਢ ਕੇ ਵੇਖਿਆ। ਉਹਨਾਂ ਦੀਆਂ ਆਪਣੀਆਂ ਅੱਖਾਂ ਦੇ ਵਿੱਚੋਂ ਸਾਧ ਸੰਗਤ ਜੀ ਮੋਤੀ ਵਰਗੇ ਹੰਝੂ ਜਿਹੜੇ ਸਨ ਉਹ ਸਾਧ ਸੰਗਤ ਜੀ ਡਿੱਗ ਰਹੇ ਸਨ। ਕਹਿਣ ਤੋਂ ਭਾਵ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਇੰਨਾ ਹੁਲਾਸਮਈ, ਇੰਨਾ ਆਨੰਦਮਈ ਹੈ ਕਿ ਜਿਹੜਾ ਵੀ ਪੜ੍ਹੇ ਉਹਦਾ ਹਿਰਦਾ ਸਾਧ ਸੰਗਤ ਜੀ ਚਾਹੇ ਪੱਥਰ ਵੀ ਕਿਉਂ ਨਾ ਹੋਵੇ ਉਹ ਵੀ ਪਾਣੀ ਦੀ ਤਰ੍ਹਾਂ ਪਿਘਲ ਜਾਂਦਾ ਹੈ। ਐਸੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆਪਾਂ ਸਾਰੇ ਮਨਾ ਰਹੇ ਹਾਂ। ਸਾਧ ਸੰਗਤ ਜੀ ਮਨਾਉਣ ਦਾ ਇੰਨਾ ਹੀ ਨਹੀਂ ਕਿ ਆਏ ਤੇ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਹਾਜ਼ਰੀ ਭਰੀ। ਹਾਜ਼ਰੀ ਭਰਨ ਦੇ ਨਾਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਵੀ ਹਿਰਦੇ ਵਿੱਚ ਵਸਾਣਾ, ਇਹੀ ਗੁਰੂ ਮਹਾਰਾਜ ਜੀ ਦੀ ਸਭ ਤੋਂ ਵੱਡੀ ਖੁਸ਼ੀ ਹਾਸਲ ਕਰਨੀ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਅਸਥਾਨ ਤੇ ਆਪ ਜੀ ਆਏ ਹੋ, ਤੇ ਹਰ ਵਾਰੀ ਆਏ ਦਿਨ ਇੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ। ਜਿਹੜੇ ਅਜੇ ਤੱਕ ਅੰਮ੍ਰਿਤ ਦੀ ਦਾਤ ਤੋਂ ਵਾਂਝੇ ਹਨ ਉਹ ਜ਼ਰੂਰ ਅੰਮ੍ਰਿਤ ਸੰਚਾਰ ਹੋਣ ਲੱਗੇ ਉਸ ਵੇਲੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ। ਦਾਸ ਇੰਨੀਆਂ ਹੀ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ। ਇੱਕ ਕਿਸੇ ਵਿਦਵਾਨ ਦੇ ਕਹੇ ਹੋਏ ਬੋਲ ਕਹਿ ਕੇ ਦਾਸ ਸਮਾਪਤੀ ਵਾਲੇ ਪਾਸੇ ਆਵਾਂਗਾ, ਕਿਉਂਕਿ ਦਾਸ ਤੋਂ ਬਾਅਦ ਵੀ ਪੰਥ ਦੇ ਮਹਾਨ ਜਿਹੜੇ ਗੁਰੂ ਕੇ ਕੀਰਤਨੀਏ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਤੋਂ ਆਏ ਵਰੋਸ ਆਏ, ਉਹ ਵੀ ਆਪ ਜੀ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ। ਇੱਕ ਸ਼ਾਇਰ ਦੇ ਬੋਲ ਨੇ ਸੰਸਾਰ ਦੇ ਅੰਦਰ, ਲੱਭੋ ਇਤਿਹਾਸ ਜੇ ਕਿਸੇ ਵੀ ਲੱਭੋ ਵਿੱਚ ਇਤਿਹਾਸ ਜੇ ਕਿਸੇ ਕੀਤੀ 10ਵੇਂ ਗੁਰੂ ਦੇ ਜੇੜ ਕਮਾਈ ਹੋਵੇ। ਕਹਿੰਦੇ ਲੱਭ ਲੋ ਸੰਸਾਰ ਦੇ ਅੰਦਰ ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਰਗਾ ਜੀਵਨ ਕਮਾ ਕੇ ਗਿਆ ਹੋਵੇਗਾ। ਲੱਭੋ ਵਿੱਚ ਇਤਿਹਾਸ ਜੇ ਕਿਸੇ ਕੀਤੀ 10ਵੇਂ ਗੁਰੂ ਦੇ ਜੇੜ ਕਮਾਈ ਹੋਵੇ। ਸਿਰ ਤਾਜ ਹੋਵੇ, ਹੱਥ ਬਾਜ ਹੋਵੇ, ਤੇਗ ਗਾਤਰੇ ਵਿੱਚ ਲਟਕਾਈ ਹੋਵੇ। ਮਾਤਾ ਪਿਤਾ ਤੇ ਪੁੱਤਾਂ ਦੀ ਬਲੀ ਦੇ ਕੇ, ਮਾਤਾ ਪਿਤਾ ਤੇ ਪੁੱਤਾਂ ਦੀ ਬਲੀ ਦੇ ਕੇ ਰੁੜਦੀ ਹਿੰਦ ਦੀ ਰੱਖ ਵਿਖਾਈ ਹੋਵੇ। ਲੈ ਕੇ ਮੁੱਠੀ ਭਰ ਗਿਣਵੇਂ ਸੂਰਮਿਆਂ ਨੂੰ, ਲੈ ਕੇ ਮੁੱਠੀ ਭਰ ਗਿਣਵੇਂ ਸੂਰਮਿਆਂ ਨੂੰ ਜੰਗ ਲੱਖਾਂ ਨਾਲ ਵਟਾਈ ਹੋਵੇ। ਜੜ ਜ਼ੁਲਮ ਦੀ ਪੁੱਟ ਰੁੜਾਈ ਹੋਵੇ, ਅਲਖ ਦੋਖੀਆਂ ਵਾਲੀ ਮਿਟਾਈ ਹੋਵੇ। ਅੱਜ ਉਸ ਦਸਮੇਸ਼ ਦੇ ਆਗਮਨ ਦੀ ਗੁਰੂ ਖਾਲਸਾ ਜੀਓ ਵਧਾਈ ਹੋਵੇ, ਗੁਰੂ ਖਾਲਸਾ ਜੀਓ ਵਧਾਈ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ। ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु प्यारी गुरु सवारी साध संगत जीओ, तख्त सचखंड श्री हजूर साहब इस पावन पवित्र स्थान ते 10वें पातशाह साहब श्री गुरु गोबिंद सिंह जी महाराज जी दे इस प्रकाश गुरपुरब दे निमित्त पहुंचे हुए सारी